ਅੱਜ ਸਾਡੇ CM ਦੀ ਵੀ ਇੱਕ ਨਗਰਪਾਲਿਕਾ ਦੇ ਪ੍ਰਧਾਨ ਜਿੰਨੀ ਪਾਵਰ ਆ, ਉਹ ਕੁਛ ਨਹੀਂ ਕਰ ਸਕਦਾ। ਉਹ ਆਪਦੇ ਕਾਨੂੰਨ ਵੀ ਨਹੀਂ ਘੜ ਸਕਦਾ ਸਟੇਟ 'ਚ, ਜਿਹੜੇ ਕਾਨੂੰਨ ਇਹਨਾਂ ਕਾਨੂੰਨਾਂ ਨੂੰ ਰੱਦ ਕਰ ਸਕਣ। ਹਨਾ, ਜੇ ਅਸੀਂ ਇਹ ਸਮਝੀ ਬੈਠੇ ਹਾਂ ਵੀ ਅਸੀਂ ਜਿੱਤੀ ਬੈਠੇ ਹਾਂ ਇਹ ਘੋਲ, ਤੇ ਇੰਨਾ ਸੌਖਾ ਹੈ ਨਹੀਂ। ਇਹ ਖਾਲਾ ਜੀ ਦਾ ਵਾੜਾ ਨਹੀਂ ਆ। ਕੈਨੇਡਾ ਦੇ ਜਿਹੜੇ PM ਨੇ ਜਸਟਿਨ ਟਰੂਡੋ, ਉਹਨਾਂ ਦਾ ਬਿਆਨ ਆਉਂਦਾ ਕਿ ਪੰਜਾਬੀਆਂ ਦਾ ਸੰਘਰਸ਼ ਸ਼ਾਂਤਮਈ ਸੰਘਰਸ਼ ਹੈ, ਮੈਂ ਸੰਘਰਸ਼ ਦੀ ਹਾਮੀ ਭਰਦਾ, ਮੈਂ ਪੰਜਾਬੀਆਂ ਦੇ ਨਾਲ ਹਾਂ। ਵਿਦੇਸ਼ ਮੰਤਰਾਲੇ ਦਾ ਬਿਆਨ ਆਉਂਦਾ ਕਿ ਇਹਨਾਂ ਨੂੰ ਜਿਹੜਾ ਆ ਜਸਟਿਨ ਟਰੂਡੋ ਨੂੰ ਇੱਕ ਦੇਸ਼ ਦੇ ਨਿੱਜੀ ਮਾਮਲੇ ਤੇ ਅੰਦਰੂਨੀ ਮਸਲੇ ਤੇ ਬੋਲਣ ਦਾ ਹੱਕ ਨਹੀਂਗਾ, ਕੋਈ ਅਧਿਕਾਰ ਨਹੀਂਗਾ, ਨਹੀਂ ਬੋਲਣਾ ਚਾਹੀਦਾ। ਇਹ ਕਿੱਥੋਂ ਤੱਕ ਸਹੀ ਹੈ ਵੀ ਜਦੋਂ ਵੀ ਕੋਈ ਆਪਣੀ ਆਵਾਜ਼ ਉਠਾਉਂਦਾ ਉਹਨੂੰ ਟੈਰਰਿਜ਼ਮ ਨਾਲ ਜੋੜਿਆ ਜਾਂਦਾ, ਉਸਨੂੰ ਇਸ ਤਰ੍ਹਾਂ ਪ੍ਰੈਜ਼ੈਂਟ ਕੀਤਾ ਜਾਂਦਾ ਨੈਸ਼ਨਲ ਮੀਡੀਆ ਦੁਆਰਾ। ਅੱਜ ਉਹ ਗੰਦੇ ਬੰਦੇ ਆਪਾਂ ਕਹਿੰਦੇ BJP RSS ਉਹ ਉੱਪਰ ਪਹੁੰਚੇ ਨੇ, ਸ਼ਾਇਦ ਚੰਗਿਆਂ ਦੀਆਂ ਕਮੀਆਂ ਹੋਣੀਆਂ ਨੇ ਤਾਂ ਹੀ ਉਹ ਉੱਥੋਂ ਤੱਕ ਪਹੁੰਚ ਗਏ। 95 ਸਾਲਾਂ 'ਚ ਹੀ RSS ਲਾ ਲਓ ਜੀ, 95 ਸਾਲਾਂ 'ਚ ਹੀ ਸਾਰਿਆਂ ਤੇ ਬੰਗਾਲ ਤੇ ਆਪਣੇ ਸਾਰਿਆਂ ਤੇ ਹਾਵੀ ਹੋ ਗਈ। ਕੁਛ ਮੁੱਠੀ ਭਰ ਲੋਕ ਤੇ ਆਪਾਂ ਸਾਰੇ ਇਕੱਠੇ ਹੋ ਕੇ ਵੀ ਆਪਾਂ ਇਹਨਾਂ ਨੂੰ ਕੀ ਟੱਕਰ ਨਹੀਂ ਦੇ ਸਕਦੇ ਜੀ। ਜ਼ਿੰਦਾਬਾਦ ਚੈਨਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਸਿਮਰਨਜੀਤ ਸਿੰਘ ਸਿਮਰਾ ਸਵਾਗਤ ਕਰਦਾ। ਖੇਤੀ ਆਰਡੀਨੈਂਸ ਨੂੰ ਲੈ ਕੇ ਪੰਜਾਬ ਦਿੱਲੀ ਬਾਰਡਰ ਦੇ ਉੱਤੇ ਡਟਿਆ ਬੈਠਾ, ਪੂਰਾ ਭਾਰਤ ਦਿੱਲੀ ਬਾਰਡਰ ਦੇ ਉੱਤੇ ਬੈਠਾ ਹੋਇਆ। ਇਸ ਵੇਲੇ ਅਸੀਂ ਸਿੰਧੂ ਬਾਰਡਰ ਦੇ ਉੱਤੇ ਮੌਜੂਦ ਹਾਂ। ਮੇਰੇ ਨਾਲ ਬਾਈ ਦੀਪ ਸਿੱਧੂ ਮੌਜੂਦ ਨੇ। ਪਹਿਲਾਂ ਤਾਂ ਬਾਈ ਸਵਾਗਤ ਹੈ ਜ਼ਿੰਦਾਬਾਦ ਦੇ ਉੱਤੇ। ਧੰਨਵਾਦ ਬਾਈ। ਤਾਂ ਬਈ ਨੌਜਵਾਨਾਂ ਦੇ ਵਿੱਚ ਜਿਹੜਾ ਜਜ਼ਬਾ ਪੰਜਾਬ ਪ੍ਰਤੀ ਦੇਖਣ ਨੂੰ ਮਿਲ ਰਿਹਾ, ਨੌਜਵਾਨ ਇੱਥੇ ਵੀ ਆਏ ਹੋਏ ਨੇ, ਸ਼ੰਭੂ ਬਾਰਡਰ ਤੇ ਵੀ ਲਗਾਤਾਰ ਮੋਰਚਾ ਜਿਹੜਾ ਚੱਲਿਆ, ਹੁਣ ਵੀ ਚੱਲ ਰਿਹਾ। ਤਾਂ ਆਰਡੀਨੈਂਸ ਦੀ ਜੇ ਗੱਲ ਕਰੀਏ ਤਾਂ ਕੇਂਦਰ ਸਰਕਾਰ ਜਿਹੜੀ ਆ ਪਿਛਲੀਆਂ 5 ਮੀਟਿੰਗਸ ਦੇ ਵਿੱਚ ਕਹਿ ਰਹੀ ਸੀ ਕਿ ਅਸੀਂ ਸੋਧ ਕਰਾਂਗੇ, ਮੁਕੰਮਲ ਤੌਰ ਤੇ ਜਿਹੜੇ ਆਰਡੀਨੈਂਸ ਆ ਰੱਦ ਨਹੀਂ ਕਰਾਂਗੇ। ਹੁਣ ਜਿਹੜੀ ਆ ਪਰਸੋਂ ਨੂੰ ਮੀਟਿੰਗ ਆ, 9 ਤਰੀਕ ਨੂੰ ਜਿਹੜੀ ਮੀਟਿੰਗ ਆ, ਉਹ ਕਹਿ ਰਹੇ ਆ ਉਹਦੇ ਅਸੀਂ ਸਾਰੀ ਜਿਹੜੀ ਸਾਡੀ ਸਮੁੱਚੀ ਸਰਕਾਰ ਆ, ਕੇਂਦਰ ਸਰਕਾਰ ਆ, ਅਸੀਂ ਵਿਚਾਰ ਕਰਕੇ ਦੱਸਦੇ ਹਾਂ ਵੀ ਜਿਹੜੇ ਪਹਿਲਾਂ ਨਹੀਂ ਮੰਨ ਰਹੇ ਸੀ ਵੀ ਹੁਣ ਲੱਗਦਾ 9 ਨੂੰ ਕੋਈ ਸਬੱਬ ਬਣ ਸਕਦਾ ਵੀ ਮੰਨਣਗੇ। ਹਜੇ ਤਾਂ ਬੜਾ ਔਖਾ ਹੈ ਨਾ, ਜੇ ਅਸੀਂ ਇਹ ਸਮਝੀ ਬੈਠੇ ਹਾਂ ਵੀ ਅਸੀਂ ਜਿੱਤੀ ਬੈਠੇ ਹਾਂ ਇਹ ਘੋਲ, ਤੇ ਇੰਨਾ ਸੌਖਾ ਹੈ ਨਹੀਂ। ਇਹ ਖਾਲਾ ਜੀ ਦਾ ਵਾੜਾ ਨਹੀਂ ਆ। ਸੋ ਸਾਨੂੰ ਇਹਦੀਆਂ ਜਿਹੜੀਆਂ ਡਿਫਰੈਂਟ ਐਸਪੈਕਟਸ ਆ ਨਾ, ਡਾਇਮੈਂਸ਼ਨਸ ਆ, ਉਹਨਾਂ ਨੂੰ ਸਮਝਣਾ ਪਊਗਾ, ਕਿਉਂਕਿ ਇੰਡੀਅਨ ਸਟੇਟ ਨਾਲ ਮੱਥਾ ਲਾਈ ਬੈਠੇ ਹਾਂ ਤੇ ਅਸੀਂ ਵਰਲਡ ਪਾਵਰਸ ਨਾਲ ਮੱਥਾ ਲਾਈ ਬੈਠੇ ਹਾਂ, ਹੈ ਨਾ। ਇਹ ਪੰਜਾਬ ਦੀ ਜਿਹੜੀ ਲੜਾਈ ਆ ਉਹ ਇੰਟਰਨੈਸ਼ਨਲ ਆ, ਉਹ ਅਮਰੀਕਾ ਤੋਂ ਚੱਲਦੀ ਆ, ਉੱਥੋਂ ਹੁੰਦੀ ਇੰਡੀਆ 'ਚ ਆਉਂਦੀ ਆ। ਸੋ ਇਸ ਕਰਕੇ ਇੰਨਾ ਸੌਖਾ ਨਹੀਂ ਆ ਜੇ ਅਸੀਂ ਇਹ ਸੋਚੀਏ ਵੀ ਅਸੀਂ ਇਹ ਘੋਲ ਜਿੱਤੀ ਬੈਠੇ ਹਾਂ। ਪਰ ਇੱਕ ਗੱਲ ਜ਼ਰੂਰ ਆ ਵੀ ਸਿਜਦਾ ਜ਼ਰੂਰ ਜਾਂਦਾ ਸਾਰੇ ਸਾਡੇ ਸੰਘਰਸ਼ੀ ਬੰਦਿਆਂ ਤੇ। ਉਹਨਾਂ ਨੇ ਉਹ ਇਨਕਲਾਬ ਉਠਾਇਆ ਜਾਂ ਉਸ ਇਨਕਲਾਬ ਦਾ ਆਗਾਜ਼ ਹੋਇਆ ਜਿਹੜੇ ਇਨਕਲਾਬ ਲਈ ਅੱਖਾਂ ਤਰਸੀਆਂ ਪਈਆਂ ਸੀ ਸੰਘਰਸ਼ੀ ਬੰਦਿਆਂ ਦੀਆਂ। ਸੋ ਇਸ ਗੱਲ 'ਚ ਕੋਈ ਸ਼ੱਕ ਨਹੀਂ। ਪਰ ਹੁਣ ਅਗਲੀ ਵਿਉਂਤਬੰਦੀ, ਅਗਲੀ ਰਣਨੀਤੀ ਤੇ ਅਸੀਂ ਇਸ ਲੜਾਈ ਨੂੰ ਕਿਵੇਂ ਲੜਨਾ, ਇਹਦੇ ਲਈ ਕੋਈ ਸਿਆਣਪ ਜਾਂ ਸਿਆਣੀ ਲੀਡਰਸ਼ਿਪ ਚਾਹੀਦੀ ਹੈ ਜਿਹੜੀ ਬਹੁਤ ਮੈਚਿਓਰ ਹੋਵੇ, ਜਿਹਦੇ ਤੇ ਲੋਕ ਭਰੋਸਾ ਕਰਨ ਤੇ ਉਹਨਾਂ ਦੀ ਗੱਲ ਤੇ ਅਮਲ ਕਰਨ। ਇਹ ਬਹੁਤ ਜ਼ਰੂਰੀ ਹੈ। ਤਾਂ ਬਈ ਪਿਛਲੇ ਦਿਨੀ ਨਾ ਕੈਨੇਡਾ ਦੇ ਜਿਹੜੇ PM ਨੇ ਜਸਟਿਨ ਟਰੂਡੋ, ਉਹਨਾਂ ਦਾ ਬਿਆਨ ਆਉਂਦਾ ਕਿ ਪੰਜਾਬੀਆਂ ਦਾ ਸੰਘਰਸ਼ ਸ਼ਾਂਤਮਈ ਸੰਘਰਸ਼ ਹੈ, ਮੈਂ ਸੰਘਰਸ਼ ਦੀ ਹਾਮੀ ਭਰਦਾ, ਮੈਂ ਪੰਜਾਬੀਆਂ ਦੇ ਨਾਲ ਹਾਂ। ਤਾਂ ਆਮ ਆਦਮੀ ਦੇ ਰਾਘਵ ਚੱਡਾ ਦਾ ਬਿਆਨ ਆਉਂਦਾ, ਵਿਦੇਸ਼ ਮੰਤਰਾਲੇ ਦਾ ਬਿਆਨ ਆਉਂਦਾ ਕਿ ਇਹਨਾਂ ਨੂੰ ਜਿਹੜਾ ਆ ਜਸਟਿਨ ਟਰੂਡੋ ਨੂੰ ਇੱਕ ਦੇਸ਼ ਦੇ ਨਿੱਜੀ ਮਾਮਲੇ ਤੇ ਅੰਦਰੂਨੀ ਮਸਲੇ ਤੇ ਬੋਲਣ ਦਾ ਹੱਕ ਨਹੀਂਗਾ, ਕੋਈ ਅਧਿਕਾਰ ਨਹੀਂਗਾ, ਨਹੀਂ ਬੋਲਣਾ ਚਾਹੀਦਾ। ਤਾਂ ਕੱਲ੍ਹ ਹੀ ਜਿਹੜੇ ਬ੍ਰਿਟੇਨ ਦੇ ਲੇਬਰ ਪਾਰਟੀ ਆ, ਤਨਮਨਜੀਤ ਸਿੰਘ ਢੇਸੀ ਨੇ MP ਨੇ ਉੱਥੋਂ ਦੇ, ਤਾਂ ਉਹਨਾਂ ਦੇ ਨਾਲ ਹੀ 36 ਹੋਰ MP ਨੇ ਬ੍ਰਿਟੇਨ ਦੇ, ਉਹ ਵੀ ਕਹਿ ਰਹੇ ਆ ਵੀ ਅਸੀਂ ਜਿਹੜਾ ਪੰਜਾਬੀਆਂ ਦੇ ਨਾਲ ਆ। UNO ਦੇ ਵਿੱਚ ਮਸਲਾ ਚੱਕਿਆ ਜਾਂਦਾ, ਇੰਟਰਨੈਸ਼ਨਲ ਮੁੱਦਾ ਬਣ ਗਿਆ, ਇੰਟਰਨੈਸ਼ਨਲ ਮੀਡੀਆ ਕਵਰ ਕਰ ਰਿਹਾ। ਲੱਗਦਾ ਇੰਟਰਨੈਸ਼ਨਲ ਮੀਡੀਏ ਦੀ ਜਿਹੜੀ ਝਾੜ ਪਈ ਹੋਊਗੀ ਮੋਦੀ ਨੂੰ, ਜਾਂ ਕਹਿ ਲਈਏ ਵੀ UNO ਦੇ ਵਿੱਚ ਮਸਲਾ ਵਿਚਾਰਿਆਂ ਜਾਣ ਲੱਗ ਪਿਆ ਅੱਜ ਟਰੂਡੋ ਦੇ ਬਿਆਨ ਕਰਕੇ। ਤਾਂ ਜਿਹੜਾ ਇਹਨਾਂ ਦਾ ਅਕਸ ਹੈ ਭਾਰਤੀ ਮੀਡੀਆ ਦੇ ਵਿੱਚ, ਜੋ ਗੱਲਾਂ ਪ੍ਰਚਾਰੀਆਂ ਜਾਂਦੀਆਂ ਸੀ ਇਹ ਤਾਂ ਖਾਲਿਸਤਾਨੀ ਹੈ, ਇੱਥੇ ਬੈਠੇ ਜਿਹੜੇ ਲੋਕ ਨੇ ਉਹ ਵੱਖਵਾਦੀ ਨੇ, ਜਿਹੜਾ ਕੇਂਦਰ ਸਰਕਾਰ ਦਾ ਅਕਸ ਆ ਉਹ ਵਿਸ਼ਵ ਦੇ ਮੂਹਰੇ ਜੱਗ ਜ਼ਾਹਰ ਹੋ ਚੁੱਕਿਆ। ਨਹੀਂ, ਇਹ ਸਾਡਾ ਭੁਲੇਖਾ। ਤੁਸੀਂ ਸ਼ਹਿਰਾਂ 'ਚ ਜਾ ਕੇ ਉਹਨਾਂ ਦੇ ਇਹਦੇ ਤੇ ਵਿਚਾਰ ਸੁਣੋ, ਉਹ ਇਹ ਕਹਿ ਰਹੇ ਆ ਵੀ ਤੁਹਾਨੂੰ ਤਾਂ ਪਤਾ ਹੀ ਨਹੀਂ।
ਅਸੀਂ ਤਾਂ ਸਹੀ ਕਰ ਰਹੇ ਹਾਂ, ਸਰਕਾਰ ਤਾਂ ਸਹੀ ਕਰ ਰਹੀ ਆ। ਸੋ ਇਹ ਜੇ ਅਸੀਂ ਕਹੀਏ ਵੀ ਜਸਟਿਨ ਟਰੂਡੋ ਜਿਹੜੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਆ, ਦੇਖੋ ਕਿੰਨੇ ਇਹ ਇਨਸੈਂਸਿਟਿਵ ਲੋਕ ਆ ਜਿਹੜੇ ਸਾਡੇ ਬੰਦੇ ਆ। ਉਹਨਾਂ ਨੇ ਜੇ ਇਹ ਬਿਆਨ ਦਿੱਤਾ ਨਾ, ਉਹਨਾਂ ਨੇ ਬਿਆਨ 2 ਆਧਾਰ ਆ ਉਸ ਬਿਆਨ ਤੇ, ਇਹਨਾਂ ਦੋਨਾਂ ਨੂੰ ਵਾਚਿਆ ਜਾਵੇ। ਪਹਿਲਾ ਆਧਾਰ ਆ ਡੈਮੋਕ੍ਰੈਟਿਕ ਰਾਈਟ, ਵੀ ਇੱਕ ਡੈਮੋਕ੍ਰੈਟਿਕ ਰਾਈਟ, ਇੱਕ ਡੈਮੋਕ੍ਰੇਸੀ 'ਚ ਬੰਦਿਆਂ ਨੂੰ ਜਾਂ ਉੱਥੋਂ ਦੇ ਸਿਟੀਜ਼ਨਸ ਨੂੰ ਇੱਕ ਪੀਸਫੁਲ ਪ੍ਰੋਟੈਸਟ ਕਰਨ ਦਾ। ਤੇ ਇਹ ਜੇ ਨਹੀਂ ਕਰਨ ਦਿੱਤਾ ਜਾ ਰਿਹਾ ਤਾਂ ਹਿਊਮਨ ਰਾਈਟਸ ਵਾਇਓਲੇਸ਼ਨ ਹੋ ਜਾਂਦੀ ਹੈ। ਹੁਣ ਹਿਊਮਨ ਰਾਈਟ ਵਾਇਓਲੇਸ਼ਨ ਆ ਜਿਹੜੀ, ਉਹਨੂੰ ਜੇ ਇਹ ਇੱਕ ਖਿੱਤੇ ਦੀ ਅੰਦਰੂਨੀ ਇਹ ਪ੍ਰੋਬਲਮ ਆ ਉੱਥੋਂ ਤੱਕ ਰੱਖਣਗੇ, ਫਿਰ ਮਨੁੱਖਤਾ ਦੇ ਜਿਹੜੇ ਸਾਰੇ ਇੱਕ ਸਾਂਝੇ ਮੇਲ ਜੋਲ ਨੂੰ ਉਹਦਾ ਖੰਡਨ ਕਰੋ ਨਾ। ਫਿਰ ਤੁਸੀਂ ਇਹ ਕਹੋ ਵੀ ਅਸੀਂ ਮਨੁੱਖਤਾ ਨੂੰ ਤਾਂ ਮੰਨਦੇ ਹੀ ਨਹੀਂ, ਅਸੀਂ ਤਾਂ ਆਹ ਬੰਦਿਆਂ ਨੂੰ ਜਿਵੇਂ ਅਸੀਂ ਕੰਟਰੋਲ ਕਰਦੇ ਹਾਂ ਉਵੇਂ ਹੀ ਕਰੀ ਜਾਂਦੇ ਹਾਂ, ਹੈ ਨਾ। ਸੋ ਮਨੁੱਖਤਾ ਦੀ ਇੱਕ ਸਾਂਝੀ ਵਾਲਤਾ ਦਾ ਖੰਡਨ ਕਰੋ। ਫਿਰ ਇਹ ਜਿਹੜੇ ਕਿਸੇ ਵੀ ਪਾਰਟੀ ਦਾ ਜਾਂ ਕਿਸੇ ਲੀਡਰ ਦਾ ਜੇ ਬਿਆਨ ਆ ਰਿਹਾ ਹੈ ਦੇਸ਼ ਦਾ ਅੰਦਰੂਨੀ ਮਾਮਲਾ, ਉਹ ਤਾਂ ਹਿਪੋਕਰੇਟਸ ਆ, ਹੈ ਨਾ। ਉਹਨਾਂ ਨੇ ਤਾਂ ਮਖੌਟੇ ਪਾਏ ਹੋਏ ਆ ਉੱਤੇ, ਤੇ ਸਾਡੇ ਤੇ ਉਹ ਜਿਹੜੀ ਰਾਜਨੀਤੀ ਆਪਦੀ ਘੜੀ ਜਾਂਦੇ ਆ ਵੀ ਸਾਡੀਆਂ ਵੋਟਾਂ ਲੈ ਲੈ ਕੇ ਆਪਾਂ ਉਹਨਾਂ ਨੂੰ ਲੀਡਰ ਬਣਾ ਰੱਖਿਆ। ਇਹੋ ਜਿਹੇ ਲੀਡਰ ਨਾ ਚੁਣੋ, ਕਿਉਂਕਿ ਜਿੱਥੇ ਵੀ ਹਿਊਮਨ ਰਾਈਟ ਵਾਇਓਲੇਸ਼ਨ ਹੋਊਗੀ, ਜਿਵੇਂ ਇੱਕ ਸਿੱਖ ਜਿੱਥੇ ਕਿਤੇ ਜ਼ੁਲਮ ਹੋ ਰਿਹਾ ਹੁੰਦਾ ਜਾ ਕੇ ਖੜਾ ਹੋ ਜਾਂਦਾ ਮਜ਼ਲੂਮਾਂ ਦੇ ਨਾਲ ਤੇ ਜਾਬਰ ਦੇ ਵਿਰੁੱਧ ਲੜਦਾ, ਇਹ ਮਨੁੱਖਤਾ ਹੀ ਆ ਨਾ। ਉਹੀ ਮਨੁੱਖਤਾ ਨੂੰ ਸਮਝ ਕੇ ਜਸਟਿਨ ਟਰੂਡੋ ਦਾ ਵੀ ਬਿਆਨ ਆਇਆ ਸੀ ਵੀ ਇਹਨਾਂ ਦੇ ਜਿਹੜੇ ਫੰਡਾਮੈਂਟਲ ਰਾਈਟਸ ਆ ਉਹ ਨਾ ਤੁਸੀਂ ਇਹਨਾਂ ਤੋਂ ਖੋਹੋ। ਤੇ ਇਹ ਇਕੱਲੇ ਜਸਟਿਨ ਟਰੂਡੋ ਦਾ ਨਹੀਂ, ਹੋਰ ਬਹੁਤ ਵਰਲਡ ਪਰਸਨੈਲਿਟੀਜ਼ ਦੇ ਬਿਆਨ ਆਉਣੇ ਚਾਹੀਦੇ ਆ। ਤਾਂ ਸਾਨੂੰ ਬੜੀ ਸੁਹਿਰਦਤਾ ਨਾਲ ਇਹਨਾਂ ਗੱਲਾਂ ਨੂੰ ਸਮਝਣਾ ਚਾਹੀਦਾ, ਤੇ ਇਹਦਾ ਕਾਊਂਟਰ ਕਿਵੇਂ ਦੇਣਾ ਉਹ ਵੀ ਸੁਹਿਰਦਤਾ ਨਾਲ ਦੇਣਾ ਚਾਹੀਦਾ। ਤਾਂ ਮੇਰਾ ਖੁਦ ਦਾ ਆਖਰੀ ਸਵਾਲ ਹੋਊਗਾ, ਉਸ ਤੋਂ ਬਾਅਦ ਸਾਡੇ ਵੀਰਾਂ ਦੇ ਸਵਾਲ ਹੋਣਗੇ ਬਾਈ। ਤਾਂ ਤੁਸੀਂ ਹਿਊਮਨ ਰਾਈਟਸ ਦੀ ਗੱਲ ਕੀਤੀ ਆ, ਤਾਂ ਪੰਜਾਬੀਆਂ ਨਾਲ ਆਪਾਂ ਗੱਲ ਕਰਦੇ ਹਾਂ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤਾਂ ਪਹਿਲਾਂ ਹੀ ਕਿਤੇ ਨਾ ਕਿਤੇ ਕੇਂਦਰ ਸਰਕਾਰ ਕਰਦੀ ਆਈ ਆ, ਚਾਹੇ ਸੰਨ 66 ਦੇ ਵਿੱਚ ਕੀਤੀ ਹੋਵੇ ਜਾਂ 73 'ਚ ਕੀਤੀ ਹੋਵੇ ਜਾਂ 84 'ਚ ਕੀਤੀ ਹੋਵੇ ਜਾਂ 94 ਤੋਂ ਲੈ ਕੇ ਜਿਹੜਾ ਦੌਰ 2005 ਤੱਕ ਚੱਲਿਆ ਪੰਜਾਬੀਆਂ ਦੇ ਨਾਲ, ਉਦੋਂ ਵੀ ਜਿਹੜਾ ਹਿਊਮਨ ਰਾਈਟਸ ਨੂੰ ਜਿਹੜਾ ਆ ਅਣਦੇਖਿਆ ਕੀਤਾ ਗਿਆ। ਪੰਜਾਬੀਆਂ ਦੇ ਨਾਲ ਤਾਂ ਸ਼ੁਰੂ ਤੋਂ ਹੀ ਧੱਕਾ ਹੁੰਦਾ ਆ, ਤੁਸੀਂ ਖੁਦ ਕਹਿੰਦੇ ਹੋ ਹੋਂਦ ਨੂੰ ਖਤਰਾ ਕਿਤੇ ਨਾ ਕਿਤੇ। ਅੱਜ ਵੀ ਕੇਸਰੀ ਪਰਨਾ ਜਿਹੜਾ ਬੰਨਿਆ ਹੋਇਆ ਅੱਜ ਵੀ ਚੁੱਭਦਾ ਹੈ ਜ਼ਾਲਮਾਂ ਨੂੰ। ਨਹੀਂ ਦੇਖੋ, ਇਹ ਜਿਹੜੇ ਸਿੰਬਲਸ ਇਹਨਾਂ ਨੂੰ ਚੁੱਭਦੇ ਆ ਨਾ, ਅਸੀਂ ਹੁਣ ਇਹਨਾਂ ਸਿੰਬਲਸ ਦੀ ਗੱਲ ਨਾ ਕਰੀਏ, ਅਸੀਂ ਆਪਦੇ ਨੈਰੇਟਿਵ ਦੀ ਗੱਲ ਕਰੀਏ। ਸਿੰਬਲਸ ਨੇ ਸਾਨੂੰ ਨਾ ਇਹਨਾਂ 'ਚ ਹੀ ਉਲਝਾਈ ਰੱਖਣਾ, ਇਹ ਚਾਹੁੰਦੇ ਆ ਵੀ ਅਸੀਂ ਉਲਝੇ ਰਹੀਏ, ਹੈ ਨਾ। ਅਸੀਂ ਹੁਣ ਆਪਦਾ ਨੈਰੇਟਿਵ ਸਿਰਜੀਏ, ਇਹਨਾਂ ਨੂੰ ਚੁੱਭਦੇ ਰਹਿਣ ਦੀਆਂ ਗੱਲਾਂ। ਪਰ ਸਾਨੂੰ ਕੀ ਕਰਨਾ ਚਾਹੀਦਾ? ਸਾਨੂੰ ਅੱਜ ਜਿਹੜੇ ਲੋਕ ਸ਼ਹਿਰਾਂ 'ਚ ਬੈਠੇ ਆ, ਪਬਲਿਕ ਸਿੰਪਥੀ ਆਪਦੇ ਵੱਲ ਮੋੜਨੀ ਚਾਹੀਦੀ ਹੈ। ਇੰਟਰਨੈਸ਼ਨਲ ਕਮਿਊਨਿਟੀ ਨੂੰ ਵੀ ਉੱਥੇ ਵੀ ਉਹਨਾਂ 'ਚ ਅਵੇਅਰਨੈਸ ਭਰ ਕੇ ਉਹਨਾਂ ਨੂੰ ਵੀ ਆਪਦੇ ਨਾਲ ਜੋੜਨਾ ਚਾਹੀਦਾ। ਜਿੰਨੀ ਵੱਡੀ ਲਾਮਬੰਦੀ ਅਸੀਂ ਕਰ ਲਾਂਗੇ ਓਨੇ ਅਸੀਂ ਚੰਗੇ ਰਹਿ ਜਾਵਾਂਗੇ। ਜੀ ਬਾਈ। ਤਾਂ ਨੌਜਵਾਨ ਵੀ ਬੈਠੇ ਹੋਏ ਨੇ, ਨੌਜਵਾਨਾਂ ਨਾਲ ਵੀ ਗੱਲ ਕਰ ਲੈਂਦੇ ਆ, ਇਹਨਾਂ ਦੇ ਵੀ ਸਵਾਲ ਨੇ ਕੁਛ। ਤਾਂ ਨੌਜਵਾਨਾਂ ਨੂੰ ਵੀ ਮੈਂ ਵਾਰੀ-ਵਾਰੀ ਕਹੂੰਗਾ ਕਿ ਆਪਣਾ ਜਿਹੜਾ ਹੱਥ ਉਹ ਨਾਲ ਦੀ ਨਾਲ ਖੜਾ ਕਰੀ ਜਾਣ ਜਿਨ੍ਹਾਂ ਨੇ ਕੋਈ ਸਵਾਲ ਜਿਹੜਾ ਆ ਪੁੱਛਣਾ ਹੋਵੇ। ਤਾਂ ਪਹਿਲਾਂ ਬਾਈ ਜਗਜੀਤ ਨਾਲ ਗੱਲ ਕਰ ਲੈਂਦੇ ਆ, ਬੁੱਧੀਜੀਵੀ ਨੇ, ਕਵੀ ਨੇ। ਤਾਂ ਜਗਜੀਤ, ਮੈਂ ਚਾਹੂੰਗਾ ਕੋਈ ਜੋ ਸਵਾਲ ਤੁਹਾਡੇ ਮਨ 'ਚ ਹੋਵੇ ਬਾਈ ਨਾਲ ਸਾਂਝਾ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਬਾਈ। ਤੁਸੀਂ ਨੈਰੇਟਿਵ ਦੀ ਜਿੱਦਾਂ ਗੱਲ ਕੀਤੀ, ਦੇਖੋ ਜਦੋਂ ਵੀ ਕੋਈ ਕੌਮ ਜਾਂ ਕੋਈ ਵੀ ਕੌਮੀ ਪਰਸਨ ਆਪਦੇ ਅਕੀਦਿਆਂ ਤੋਂ ਇੰਸਪਾਇਰ ਹੋ ਕੇ ਕੋਈ ਕੁਐਸਚਨ ਪੁੱਛਦਾ ਵਾ, ਤਾਂ ਇਹ ਮੈਨੂੰ ਲੱਗਦਾ ਜ਼ਰੂਰੀ ਤਾਂ ਨਹੀਂ ਵੀ ਉਸ ਨੂੰ ਵੱਖਵਾਦੀ ਜਾਂ ਉਹਨੂੰ ਟੈਰਰਿਸਟ ਕਹਿ ਕੇ ਪਕਾਇਆ, ਚਾਹੇ ਸਿੱਖ ਨਹੀਂ ਚਾਹੇ ਕੋਈ ਵੀ ਕਮਿਊਨਿਟੀ ਇੰਡੀਆ ਦੇ ਵਿੱਚ। ਇਹ ਕਿੱਥੋਂ ਤੱਕ ਸਹੀ ਹੈ ਵੀ ਜਦੋਂ ਵੀ ਕੋਈ ਆਪਣੀ ਆਵਾਜ਼ ਉਠਾਉਂਦਾ ਉਹਨੂੰ ਟੈਰਰਿਜ਼ਮ ਨਾਲ ਜੋੜਿਆ ਜਾਂਦਾ, ਉਸ ਨੂੰ ਇਸ ਤਰ੍ਹਾਂ ਪ੍ਰੈਜ਼ੈਂਟ ਕੀਤਾ ਜਾਂਦਾ ਨੈਸ਼ਨਲ ਮੀਡੀਆ ਦੁਆਰਾ ਕਿ ਉਹ ਵਾਕਈ ਜਿਹੜੇ ਉਸ ਲੋਕ ਅਨਨੋਨ ਹੁੰਦੇ ਉਸ ਫੈਕਟ ਤੋਂ ਉਸ ਪ੍ਰਭਾਵਿਤ ਹੋ ਕੇ ਉਸ ਚੀਜ਼ ਨੂੰ ਕਹਿੰਦੇ ਵੀ ਹਾਂ ਦਿਸ ਪਰਸਨ ਆਰ ਟੈਰਰਿਸਟ ਸੀ। ਇਹ ਹਮੇਸ਼ਾ ਸਰਕਾਰਾਂ ਆਪਦੀ ਜਿਹੜੀ ਇੱਕ ਪੋਲੀਟੀਕਲ ਮੂਵਸ ਹੁੰਦੇ ਆ ਨਾ, ਸਾਜ਼ਿਸ਼ਾਂ ਹੁੰਦੀਆਂ, ਇਹ ਜਿਹੜੀ ਕਨਸਪੀਰੇਸੀ ਥਿਊਰੀਜ਼ ਹੁੰਦੀਆਂ, ਉਹ ਆਈ ਘੜਦੀਆਂ ਹਨ। ਦੇਖੋ, ਸੰਘਰਸ਼ ਨੂੰ ਦੱਬਣ ਵਾਸਤੇ ਜੇ ਡਾਇਲੌਗ ਦੇ ਥਰੂ ਗੱਲ ਨਹੀਂ ਬਣਦੀ ਤਾਂ ਇਹਨਾਂ ਨੇ ਵਾਇਲੈਂਸ ਯੂਜ਼ ਕਰਨਾ ਹੁੰਦਾ। ਹੁਣ ਵਾਇਲੈਂਸ ਸਿੱਧਾ ਨਹੀਂ ਯੂਜ਼ ਕਰਦੀ ਸਟੇਟ, ਕਿਉਂਕਿ ਸਿੱਧਾ ਜੇ ਯੂਜ਼ ਕਰੂਗੀ ਤਾਂ ਜਿਹੜੀ ਹਿਊਮਨ ਰਾਈਟ ਵਾਇਲੇਸ਼ਨ ਦੀ ਆਪਾਂ ਗੱਲ ਕਰਦੇ ਹਾਂ ਉਹ ਬਹੁਤ ਪ੍ਰਗਟ ਰੂਪ 'ਚ ਦੁਨੀਆ ਦੇ ਸਾਹਮਣੇ ਆ ਜਾਊਗੀ ਤੇ ਦੁਨੀਆ ਇਹਨੂੰ ਆਪਦੇ ਨਾਲੋਂ ਤੋੜ ਦੂਗੀ। ਹੁਣ ਸਟੇਟ ਨੇ ਪਹਿਲਾਂ ਤੁਹਾਨੂੰ ਬਦਨਾਮ ਕਰਨਾ, ਹੈ ਨਾ, ਉਹਨਾਂ ਨੇ ਬਦਨਾਮ ਕਰਨਾ ਤੁਹਾਡੇ ਕਿਰਦਾਰਾਂ 'ਤੇ,
ਤੁਹਾਡੀ ਵਿਚਾਰਧਾਰਾ ਤੇ ਜਾਂ ਤੁਹਾਡੇ ਹੱਕਾਂ ਦੀ ਜਿਹੜੀ ਆਵਾਜ਼ ਆ ਉਹਨੂੰ ਕਿਸੇ ਹੋਰ ਪਾਸੇ ਆਈਸੋਲੇਸ਼ਨ ਵੱਲ ਧੱਕਣਾ। ਆਈਸੋਲੇਸ਼ਨ ਕੀ ਹੁੰਦੀ ਆ? ਮੰਨ ਲਓ ਇੱਥੇ 130 ਕਰੋੜ ਬੰਦੇ ਆ, 130 ਕਰੋੜ ਚੋਂ ਜੇ ਅੱਜ 3 ਲੱਖ ਬੰਦੇ ਪ੍ਰੋਟੈਸਟ ਕਰ ਰਹੇ ਆ ਤਾਂ 3 ਲੱਖ ਬੰਦਿਆਂ ਦੇ ਲਈ ਇਹ ਗੱਲ ਸਿਰਜ ਦੇਣੀ ਆ ਵੀ ਇਹ ਵੱਖਵਾਦੀ ਆ, ਤੇ ਇਹਨਾਂ ਵੱਖਵਾਦੀਆਂ ਨੂੰ ਦੱਬਣ ਵਾਸਤੇ ਅਸੀਂ ਗੋਲੀਆਂ ਵੀ ਚਲਾਤੀਆਂ, ਮਾਰ ਵੀ ਦਿੱਤੇ, ਜ਼ਰੂਰੀ ਸੀ। ਇਹ ਦੱਬ ਨਹੀਂ ਰਹੇ ਸੀ, ਇਹ ਨੇਸ਼ਨ ਦੀ ਸਿਕਿਉਰਿਟੀ ਲਈ ਖਤਰਾ ਸੀ, ਐਂਟੀ ਨੈਸ਼ਨਲ ਸੀ। ਜਦੋਂ ਇਹ ਗੱਲ ਸਿਰਜੀ ਜਾਂਦੀ ਆ ਤਾਂ ਤੁਹਾਡੇ ਤੇ ਵਾਇਲੈਂਸ ਹੁੰਦਾ ਤੇ ਉਹ ਜਸਟੀਫਾਈ ਕਰ ਲੈਂਦੇ ਆ। ਇਸੇ ਕਰਕੇ ਸਾਡਾ ਅੱਜ ਫਰਜ਼ ਇਹ ਆ ਵੀ ਇਸ ਗੱਲ ਨੂੰ ਸਿਰਜਣ ਨਾ ਦਈਏ ਅਸੀਂ। ਤਾਂ ਹੋਰ ਵੀ ਵੀਰ ਨੇ, ਉਹਨਾਂ ਨਾਲ ਵੀ ਗੱਲ ਕਰ ਲੈਂਦੇ ਆ। ਸਤਿ ਸ਼੍ਰੀ ਅਕਾਲ ਬਾਈ ਜੀ। ਅੱਛਾ ਬਾਈ ਜੀ, ਮੈਂ ਤਾਂ ਇਹੀ ਪੁੱਛਣਾ ਚਾਹਣਾ ਵੀ ਜਿਵੇਂ ਤੁਸੀਂ ਕਿਹਾ ਆਪਾਂ ਸਿੰਪਥੀ ਲਈਏ, ਸਿੰਪਥੀ ਤਾਂ ਸ਼ੁਰੂ ਤੋਂ ਸ਼ਾਇਦ ਆਪਾਂ ਜੀ ਗਰਾਊਂਡ ਲੈਵਲ ਤੇ ਕੰਮ ਹੀ ਨਹੀਂ ਕੀਤਾ। ਜਿਹੜੇ ਅੱਜ ਉਹ ਗੰਦੇ ਬੰਦੇ ਆਪਾਂ ਕਹਿੰਦੇ ਬੀਜੇਪੀ RSS, ਉਹ ਉੱਪਰ ਪਹੁੰਚੇ ਨੇ, ਸ਼ਾਇਦ ਚੰਗਿਆਂ ਦੀਆਂ ਕਮੀਆਂ ਹੋਣੀਆਂ ਨੇ ਤਾਂ ਹੀ ਉਹ ਉੱਥੋਂ ਤੱਕ ਪਹੁੰਚ ਗਏ, ਚੰਗੇ ਬੰਦੇ ਨਹੀਂ ਉੱਥੋਂ ਤੱਕ ਪਹੁੰਚ ਸਕੇ। ਤਾਂ ਮੈਂ ਇਹੀ ਕਹਿਣਾ ਵੀ ਆਪਣੀ ਸਿੱਖ ਕੌਮ ਹੈ, ਚਾਹੇ ਕਿਸੇ ਵੀ ਕੌਮ, ਵੀ ਆਪਾਂ ਨੂੰ ਗਰਾਊਂਡ ਲੈਵਲ ਤੇ ਕੰਮ ਕਰਨ ਦੀ ਜ਼ਰੂਰਤ ਆ। ਆਪਾਂ ਗਰਾਊਂਡ ਲੈਵਲ ਕੀਤਾ ਹੀ ਕੁਛ ਨਹੀਂ, ਆਪਾਂ ਤਾਂ ਉਹਨਾਂ ਦੇ ਜਾਲ 'ਚ ਫਸਦੇ ਗਏ। ਜੇ ਆਪਣੇ ਲੀਡਰ ਆ, ਜੇ ਆਪਾਂ ਆਪਦੀ ਕੌਮ ਖਾਤਰ ਵਾਕਈ ਕੁਛ ਕਰਨਾ, ਸ਼ਾਇਦ ਆਪਾਂ ਨੂੰ ਨਿੱਜ, ਲਾਲਚ, ਸਵਾਰਥ ਤੇ ਸ਼ਾਇਦ ਹੋ ਸਕਦਾ ਆਪਣੇ ਆਪਦੇ ਬੱਚੇ ਤੇ ਆਪਦੇ ਪਰਿਵਾਰ, ਆਪਦੀਆਂ ਔਰਤਾਂ ਨੂੰ ਵੀ ਇੱਕ ਪਾਸੇ ਛੱਡ ਕੇ ਤੇ ਵਾਕਈ ਆਪਦਾ ਆਪਾ ਤਿਆਗਣ ਲਈ ਵੀ ਆਉਣਾ ਪਊਗਾ ਗਰਾਊਂਡ ਦੇ ਵਿੱਚ। ਦੇਖੋ ਇਹ ਗੱਲ ਨਾ, ਜੇ ਆਪਾਂ ਕਹੀਏ ਵੀ ਆਪਾਂ ਸਭ ਕੁਝ ਤਿਆਗ ਕੇ ਸਭ ਕੁਝ ਠੀਕ ਕਰ ਲਾਂਗੇ, ਐਂ ਹੁੰਦਾ ਨਹੀਂ ਆ। ਸਭ ਕੁਝ ਤਿਆਗਿਆ ਨਹੀਂ ਜਾ ਸਕਦਾ ਹੁੰਦਾ, ਨਾ ਹੀ ਕਦੇ ਸਿੱਖਾਂ ਨੇ ਸਭ ਕੁਝ ਇਹ ਗੱਲ ਕੀਤੀ ਆ ਵੀ ਸਭ ਕੁਝ ਤਿਆਗ ਦਿਓ। ਗੁਰੂ ਨਾਨਕ ਸਾਹਿਬ ਨੇ ਵੀ ਇਹ ਗੱਲ ਨਹੀਂ ਕੀਤੀ ਵੀ ਸਭ ਕੁਝ ਤਿਆਗ ਕੇ ਤੇ ਆ ਜਾਓ, ਹੈ ਨਾ। ਇਹ ਗੱਲ ਨਹੀਂ ਹੁੰਦੀ। ਅਸੀਂ ਅਨਫੋਰਚੂਨੇਟਲੀ ਜਾਂ ਜੋ ਇੱਕ ਇਸ ਟਾਈਮ ਵਰਤਾਰਾ ਇਸ ਯੂਨੀਅਨ 'ਚ, ਇਸ ਦੇਸ਼ 'ਚ ਚੱਲ ਰਿਹਾ ਵੀ ਅਸੀਂ ਮਾਈਨੋਰਿਟੀ 'ਚ, ਸਾਡੀ ਰਿਪਰੈਜ਼ੈਂਟੇਸ਼ਨ, ਜੇ ਅਸੀਂ ਪਹਿਲਾਂ ਤਾਂ ਮੰਨ ਲਓ ਸਾਡੀ ਸੰਸਦ 'ਚ ਹੀ ਜਾਊਗੀ ਨਾ, ਤੇ ਜੇ 13 ਬੰਦੇ ਸਾਡੀ ਇਕੱਠੇ ਵੀ, ਪਹਿਲਾਂ ਤਾਂ ਉਹ 13 ਨੇ ਕਦੇ ਇੱਕ ਗੱਲ ਕੀਤੀ ਨਹੀਂ, ਜੇ ਕਰ ਵੀ ਦੇਣ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਇਸੇ ਤਰ੍ਹਾਂ ਜਿਹੜੀਆਂ ਮਾਈਨੋਰਿਟੀ ਨਾਲ ਇਹਨਾਂ ਦਾ ਕਲੇਸ਼ ਚੱਲ ਰਿਹਾ, ਉਹ ਮਾਈਨੋਰਿਟੀਜ਼ ਦੇ ਨਾਲ, ਚਾਹੇ ਕਸ਼ਮੀਰ ਹੋਵੇ, ਚਾਹੇ ਨਾਗਾਜ਼ ਹੋਣ, ਚਾਹੇ ਉਹ ਨਾਰਥ ਈਸਟ ਵਾਲਾ ਸਾਰੀ ਬੈਲਟ ਹੋਵੇ, ਹੈ ਨਾ, ਜਿੱਥੇ ਜਿੱਥੇ ਕੋਈ ਮਾਈਨੋਰਿਟੀ ਬੈਠੀ ਆ, ਇਹਨਾਂ ਦਾ ਕਲੇਸ਼ ਉਹਨਾਂ ਨਾਲ ਚੱਲਦਾ। ਇਸ ਕਰਕੇ ਚੱਲਦਾ ਕਿਉਂਕਿ ਜਿਹੜਾ ਮਾਈਨੋਰਿਟੀ ਦੀ ਐਗਜ਼ਿਸਟੈਂਸ ਆ ਨਾ, ਉਹਨਾਂ ਦੀ ਇੱਕ ਆਪਦੀ ਹੋਂਦ ਆ, ਤੇ ਸੈਂਟਰਲ ਇੰਡੀਆ ਦੀ ਹੋਂਦ ਆ, ਉਹ ਵੱਖੋ ਵੱਖਰੀ ਆ, ਕਲਚਰ ਵੱਖਰੇ ਆ। ਜਦੋਂ ਕਲਚਰ ਵੱਖਰੇ ਆ ਤੇ ਕਿਤੋਂ 5 MP ਆਉਂਦੇ ਆ, ਸਾਡੇ ਵਾਲੇ 13, ਆਈ ਕਿਤੋਂ ਹੋਰ ਆਉਂਦੇ ਆ, ਕਿਤੋਂ 10 ਆ ਜਾਂਦੇ ਆ, ਤੇ ਜਿਹੜੇ ਇਹਨਾਂ ਕੋਲੇ ਤਾਂ ਇਹ ਤਾਂ ਅਗਲੇ ਤਾਂ 303 ਲਈ ਬੈਠੇ ਆ, ਹੈ ਨਾ। ਸੋ ਪ੍ਰੋਬਲਮ ਇਹ ਸਟਰਕਚਰ 'ਚ ਆ। ਸੋ ਜੇ ਸਟਰਕਚਰ 'ਚ ਪ੍ਰੋਬਲਮ ਆ ਤਾਂ ਸਟਰਕਚਰ ਨੂੰ ਬਦਲਣਾ ਪਊਗਾ। ਇਸ ਕਰਕੇ ਆਪਣੀ ਲੜਾਈ ਕੀ ਆ ਅੱਜ? ਲੜਾਈ ਸਾਡੀ ਐਕਚੁਅਲੀ ਬਿੱਲਾਂ ਤੱਕ ਸੀਮਤ ਨਹੀਂ ਆ। ਇਹ ਤਾਂ ਚਲੋ ਆਪਾਂ ਇੱਕ ਕਾਰਪੋਰੇਟ ਕਲਚਰ ਨੂੰ ਸਾਡੇ ਅੰਦਰ ਜੇ ਅਸੀਂ ਵਾੜ ਦਾਂਗੇ ਤਾਂ ਸਾਡੀ ਹੋਂਦ ਤੇ ਬਹੁਤ ਵੱਡਾ ਹਮਲਾ, ਤਾਂ ਸਾਡਾ ਜਿਹੜਾ ਐਗਜ਼ਿਸਟੈਂਸ ਕ੍ਰਾਈਸਿਸ ਆ, ਇਹ ਸਾਡੀ ਲੜਾਈ, ਅਸਲ ਲੜਾਈ ਆ ਵੀ ਅਸੀਂ ਉਸ ਸਟਰਕਚਰ ਨੂੰ ਚੈਲੰਜ ਕਰੀਏ ਜਿਹੜਾ ਸਿਰਫ ਮੈਜੋਰਿਟੀ ਨੂੰ ਸਰਵ। ਤੁਹਾਨੂੰ ਲੱਗਦਾ ਆਪਾਂ ਇਮਾਨਦਾਰ ਬੰਦੇ ਨਹੀਂ ਪੈਦਾ ਕੀਤੇ? ਬਹੁਤ ਹੋਏ ਆ, ਬੜੇ ਲੀਡਰ ਹੋਏ ਆ, ਉਹਨਾਂ ਦਾ ਕੁਝ ਚੱਲਦੀ ਨਹੀਂ। ਅੱਜ ਸਾਡੇ CM ਦੀ ਵੀ ਇੱਕ ਨਗਰਪਾਲਿਕਾ ਦੇ ਪ੍ਰਧਾਨ ਜਿੰਨੀ ਪਾਵਰ ਆ, ਉਹ ਕੁਝ ਨਹੀਂ ਕਰ ਸਕਦਾ। ਉਹ ਆਪਦੇ ਕਾਨੂੰਨ ਵੀ ਨਹੀਂ ਘੜ ਸਕਦਾ ਸਟੇਟ 'ਚ, ਜਿਹੜੇ ਕਾਨੂੰਨ ਇਹਨਾਂ ਕਾਨੂੰਨਾਂ ਨੂੰ ਰੱਦ ਕਰ ਸਕਣ। ਤੇ ਇਸ ਕਰਕੇ ਲੜਾਈ ਸਾਡੀ ਫੈਡਰਲ ਸਟਰਕਚਰ ਦੀ ਆ। ਹਾਂ, ਲੜਾਈ ਸਾਡੀ ਜਿਹੜੀ ਆ ਨਾ, ਉਹ ਖੁਦ ਮੁਖਤਿਆਰੀ ਦੀ ਹੈ, ਜਿਹਨੂੰ ਅਸੀਂ ਕਹਿੰਦੇ ਆ। ਤੇ ਇਹ ਇਕੱਲੇ ਆਪਾਂ ਨਹੀਂ ਲੜ ਰਹੇ, ਇਹ ਬੰਗਾਲ ਵੀ ਲੜ ਰਿਹਾ, ਤਾਮਿਲਨਾਡੂ ਵੀ ਲੜ ਰਿਹਾ, ਮਹਾਰਾਸ਼ਟਰ ਵੀ ਲੜ ਰਿਹਾ, ਹੋਰ ਸਟੇਟ ਵੀ ਲੜ ਰਹੇ ਆ। ਤੇ ਐਡੀ ਸੌਖੀ ਗੱਲ ਨਹੀਂ ਆ ਇਹ ਗੱਲ। ਜਿਵੇਂ ਵੀ ਇਹ 95 ਸਾਲਾਂ 'ਚ RSS ਲਾ ਲਓ ਜੀ, 95 ਸਾਲਾਂ 'ਚ ਸਾਰਿਆਂ ਤੇ ਬੰਗਾਲ ਤੇ ਆਪਣੇ ਸਾਰਿਆਂ ਤੇ ਹਾਵੀ ਹੋ ਗਈ। ਕੁਛ ਮੁੱਠੀ ਭਰ ਲੋਕ, ਤੇ ਆਪਾਂ ਸਾਰੇ ਇਕੱਠੇ ਹੋ ਕੇ ਵੀ ਆਪਾਂ ਇਹਨਾਂ ਨੂੰ ਕੀ ਟੱਕਰ ਨਹੀਂ ਦੇ ਸਕਦੇ ਜੀ। ਗੱਲਾਂ ਨਹੀਂ, ਵੀ ਡਿਫਾਈਨ ਕਰਨਾ ਪੈਂਦਾ ਆਪਾਂ ਨੂੰ ਕਾਫੀ ਚੀਜ਼ਾਂ ਨੂੰ। ਚੈਲੰਜ ਆਪਾਂ ਇੱਦਾਂ, ਜੇ ਆਪਾਂ ਦੇਖੋ ਇਹ ਗੱਲ ਪਤਾ ਕੀ ਆ, ਇਹ ਸਾਨੂੰ ਲੱਗਦਾ ਵੀ ਦੇਖੋ ਇਹ ਵਿੱਚ ਜੀ ਗੱਲ ਤੁਰ ਪਈ ਸੀ ਵੀ ਇਹ 95 ਸਾਲਾਂ 'ਚ ਇੰਨਾ ਕੁਛ ਕਰ ਗਏ। ਸਾਡੀ ਤਾਂ ਇਹਨਾਂ ਤੋਂ ਪੁਰਾਣੀ ਆ ਜਥੇਬੰਦੀ SGPC, ਸਾਡੇ ਵਾਲਿਆਂ ਨੇ ਕੁਛ ਨਹੀਂ ਕੀਤਾ। ਤੁਸੀਂ ਇੱਕ ਦੇਖੋ ਵੀ ਇੱਕ ਜਥੇਬੰਦੀ ਆ ਜਿਹਨੂੰ ਸਟੇਟ ਸਾਂਭ ਕੇ ਰੱਖਦੀ ਆ, ਉਹਨੂੰ ਸਪਾਂਸਰ ਕਰਦੀ ਆ, ਹੈ ਨਾ। ਇੱਕ ਜਥੇਬੰਦੀ ਆ ਜਿਹੜੀ ਸਿਰਫ 2% ਬੰਦਿਆਂ ਦੀ ਆ।
ਤੇ 2% ਵਾਲੀ ਜਿਹੜੀ ਜਥੇਬੰਦੀ ਆ ਉਹਦੇ 'ਚ ਵੀ ਸਾਡੇ ਲੀਡਰ ਆ ਜਿਹੜੇ ਉਹ ਸਟੇਟ ਦੇ ਨਾਲ ਮਿਲ ਕੇ ਉਹਦੇ ਤੇ ਵੀ ਆਪਦਾ ਗਲਬਾ ਪਾ ਲੈਂਦੇ ਆ। ਸੋ ਉਸ ਜਥੇਬੰਦੀ ਨੂੰ ਪਹਿਲਾਂ ਤਾਂ ਇੱਥੇ ਰਹਿਣਾ, ਫਿਰ ਐਗਜ਼ਿਸਟ ਕਰਨਾ, ਤੇ ਫਿਰ ਆਪਾਂ ਪੋਲੀਟੀਕਲ ਏਜੰਡੇ ਨੂੰ ਸੈੱਟ ਕਰਨਾ ਬਹੁਤ ਔਖਾ। ਤੇ ਜਿਹੜੇ ਜਥੇਬੰਦੀ ਦੇ ਅੱਜ ਮੰਨ ਲਓ ਆਪਣੀ ਸਰਕਾਰ ਹੋਵੇ, SGPC ਠਾਠਾ ਮਾਰੂਗੀ, ਤੁਹਾਨੂੰ ਸੋਚ ਨਹੀਂ ਸਕਦੇ ਤੁਸੀਂ ਕਿੱਥੋਂ ਤੱਕ ਪਹੁੰਚ ਜੂਗੀ, ਹਨਾ। ਕੁੱਲ ਮਿਲਾ ਕੇ ਸਰਕਾਰ ਹੀ ਨਹੀਂ ਕਦੇ ਆਪਣੇ ਕੋਲੇ ਤਾਂ ਪੱਲੇ ਹੱਥ 'ਚ ਕੀ ਰਹਿੰਦਾ, ਸਟੇਟ ਗਵਰਨਮੈਂਟ ਵੀ ਨਹੀਂ ਤੁਰ ਸਕਦੀ ਉਹਨਾਂ ਤੋਂ ਬਿਨਾ, ਸੈਂਟਰ ਜਿਨ੍ਹਾਂ ਕੋਲੇ ਆ ਉਹ ਕਦੇ ਆਪਣੇ ਹੱਥ 'ਚ ਆਇਆ ਨਹੀਂ। ਸੋ ਇੱਥੇ ਹੀ ਪ੍ਰੋਬਲਮ ਆ ਨਾ, ਉਹ ਸਟਰਕਚਰ 'ਚ ਪ੍ਰੋਬਲਮ। ਇਮਾਨਦਾਰ ਪੰਚਾਇਤਾਂ ਵੀ ਨਹੀਂ ਚੁਣ ਸਕਿਆ ਅੱਜ ਤੱਕ। ਇਮਾਨਦਾਰ ਕੁੱਲ ਮਿਲਾ ਕੇ ਬਈ SGPC ਨੂੰ ਜਾਂ ਸਾਡੀਆਂ ਸੰਸਥਾਵਾਂ ਨੂੰ ਵੀ ਆਜ਼ਾਦ ਕਰਾਉਣ ਦੀ ਲੋੜ ਹੈ। ਨਹੀਂ ਦੇਖੋ, ਆਜ਼ਾਦ ਕਰਾਉਣ ਦੀ ਹੁਣ ਜਿਵੇਂ ਬਾਈ ਨੇ ਗੱਲ ਕੀਤੀ, ਉਦੋਂ ਸਿੱਧੀ ਭਾਸ਼ਾ 'ਚ ਗੱਲ ਕੀਤੀ ਹੈ ਇਹਨਾਂ ਨੇ ਵੀ ਯਾਰ ਸਾਨੂੰ ਗਰਾਊਂਡ ਲੈਵਲ ਤੇ ਕੰਮ ਕਰਨਾ ਚਾਹੀਦਾ। ਗਰਾਊਂਡ ਲੈਵਲ ਤੇ ਕੰਮ ਕੀ ਹੈ? ਅਸੀਂ ਪਹਿਲਾਂ ਤਾਂ ਸਾਨੂੰ ਇਹ ਹੋ ਜਾਂਦਾ ਵੀ ਯਾਰ ਆਏ ਆ, ਹੁਣ ਮੈਨੂੰ 4 ਲੋਕ ਜਾਣਨ ਲੱਗ ਗਏ, MLA ਦੀ ਚੋਣ ਲੜ ਗਏ, ਹਨਾ, ਜਾਂ MP ਦੀ ਚੋਣ ਲੜ ਗਏ। ਯਾਰ ਆਹ ਜਿਹੜਾ ਕੰਮ ਆ ਨਾ, ਜਿਹੜਾ ਵੀ ਆਪਦੀਆਂ ਅਹੁਦੇ ਲੈਣ ਦਾ ਤੇ ਪਾਵਰ ਗ੍ਰੈਬ ਕਰਨ ਦਾ, ਇਹ ਛੱਡਣਾ ਪੈਣਾ। ਇੱਕ ਸਿਵਲ ਸਟਰਕਚਰ ਸਾਨੂੰ ਬਣਾਉਣਾ ਪੈਣਾ। ਸਿਵਲ ਸਟਰਕਚਰ ਇਹ ਬਣਾਉਣਾ ਪੈਣਾ, ਗਰਾਊਂਡ ਲੈਵਲ ਤੇ ਕੰਮ ਕਰਨ ਦਾ ਇਹੀ ਮਤਲਬ ਆ ਵੀ ਪਹਿਲਾਂ ਤਾਂ ਜਿਵੇਂ ਅੱਜ ਲੋਕ ਪਹਿਰਾ ਦੇਈ ਜਾਂਦੇ ਆ ਨਾ, ਤੁਹਾਨੂੰ ਲੱਗਦਾ ਵੀ ਜਥੇਬੰਦੀਆਂ ਸਾਡੀ ਜਜ਼ਬਾਤਾਂ ਦੀ ਤਰਜ਼ਮਾਨੀ ਕਰ ਰਹੀਆਂ, ਉਹਨਾਂ ਤੇ ਪਹਿਰਾ ਕਿਹਦਾ? ਲੋਕਾਂ ਦਾ ਹੋ ਗਿਆ। ਇਹ ਸਿਵਲ ਸਟਰਕਚਰ ਹੁੰਦਾ। ਜਦੋਂ ਤੱਕ ਤੁਸੀਂ ਆਪਦੇ ਹੱਕਾਂ ਲਈ ਜਾਗਰੂਕ ਨਹੀਂ ਹੋਵੋਗੇ, ਆਵਾਜ਼ ਨਹੀਂ ਬੁਲੰਦ ਕਰੋਗੇ, ਇੱਕ ਸਿਵਲ ਸਟਰਕਚਰ ਦੀ ਤਰ੍ਹਾਂ ਬਿਹੇਵ ਨਹੀਂ ਕਰੋਗੇ, ਉਦੋਂ ਤੱਕ ਉਹ ਸਮਾਜ 'ਚ ਸੁਧਾਰ ਨਹੀਂ ਆ ਪਾਊਗਾ। ਸੋ ਇਸ ਕਰਕੇ ਗਰਾਊਂਡ ਲੈਵਲ ਤਾਂ ਇਹੀ ਆ ਵੀ ਤੁਸੀਂ ਆਪਦੇ ਆਪ ਨੂੰ ਜਾਗਰੂਕ ਕਰੋ, ਸਾਰੇ ਤੁਸੀਂ ਆਹ ਡਿਸਕਸ਼ਨਸ ਕਰਿਆ ਕਰੋ, ਇਹਨਾਂ ਗੱਲਾਂ ਨੂੰ ਸਮਝੋ, ਜੜ ਕਿੱਥੇ ਆ ਬਿਮਾਰੀ ਦੀ ਉਹਨੂੰ ਸਮਝੋ, ਤੇ ਉਹਦਾ ਇਲਾਜ ਕੀ ਕਰਨਾ, ਫਿਰ ਕਿਵੇਂ ਪੱਟਣੀ ਆ ਜੜ, ਇਹ ਗੱਲ ਸਮਝੀਏ। ਤਾਂ ਆਖਰੀ ਸਵਾਲ ਆ ਬਾਈ ਮੇਰਾ, ਸੰਖੇਪ ਦੇ ਵਿੱਚ ਹੀ ਮੈਂ ਉੱਤਰ ਚਾਹੂੰਗਾ। ਤਾਂ ਤੁਸੀਂ ਕਿਹਾ ਕਿ ਜਿਹੜੇ 13 MP ਆ, ਜੇ ਇੱਕੋ ਗੱਲ ਵੀ ਕਰਦੇ ਆ ਫਿਰ ਵੀ ਸੈਂਟਰ ਦੇ ਸਾਹਮਣੇ ਕੋਈ ਉਹਨਾਂ ਦੀ ਵੁਕਤ ਨਹੀਂ ਰਹਿ ਜਾਂਦੀ, ਕਿਉਂਕਿ ਅਗਲਿਆਂ ਕੋਲ ਤਾਂ 303 ਆ, ਠੀਕ ਆ। ਸੋ ਪੰਜਾਬ ਦੀ ਵੁਕਤ ਜਿਹੜੀ ਆ ਇਹਨਾਂ ਦੇ ਸਾਹਮਣੇ ਨਹੀਂ ਰਹਿ ਜਾਂਦੀ। ਪੰਜਾਬ ਆਪਦੇ ਹੱਕ ਜਿਹੜੇ ਆ ਉਹ ਕਿਵੇਂ ਲੈ ਸਕਦਾ ਫਿਰ ਸੈਂਟਰ ਤੋਂ? ਜੇ ਆਪਾਂ ਗੱਲ ਕਰਦੇ ਹਾਂ ਸ਼ਾਂਤਮਈ ਸੰਘਰਸ਼ ਦੀ ਗੱਲ ਕਰਦੇ ਹਾਂ, ਆਪਾਂ ਪੰਜਾਬ ਦੇ ਪੁੱਤਰਾਂ ਨੇ ਜੇ ਗੱਲ ਕਰੀਏ ਤਾਂ 47 ਵੀ ਚੱਕ ਕੇ ਦੇਖ ਲਈਆਂ, ਉਹਦਾ ਵੀ ਕੋਈ ਜਿਹੜਾ ਆ ਵੱਡਾ ਸਿੱਟਾ, ਮੈਂ ਇਹ ਨਹੀਂ ਕਹਿ ਸਕਦਾ ਵੀ ਸਿੱਟਾ ਨਹੀਂ ਨਿਕਲਿਆ, ਜਾਂ ਇਹ ਗੱਲ ਜ਼ਰੂਰ ਆ ਵੀ ਸਾਨੂੰ ਹੱਕ ਜਿਹੜੇ ਆ ਨਹੀਂ ਮਿਲੇ। ਫੈਡਰਲ ਢਾਂਚੇ ਦੀ ਵਾਰ-ਵਾਰ ਗੱਲ ਹੁੰਦੀ ਹੈ, ਸੂਬੇ ਦੇ ਵੱਧ ਅਧਿਕਾਰਾਂ ਦੀ ਗੱਲ ਹੁੰਦੀ ਹੈ। ਤੁਸੀਂ ਵੀ ਅੱਜ ਆਨੰਦਪੁਰ ਮਤੇ ਦੀ ਗੱਲ ਕਰਦੇ ਹੋ, ਤਾਂ ਆਨੰਦਪੁਰ ਮਤੇ ਦੀ ਗੱਲ ਹੋਈ, ਸੰਤਾਂ ਨੇ ਗੱਲ ਕੀਤੀ ਤਾਂ ਬਲੂ ਸਟਾਰ ਕਰਤਾ ਇਹਨਾਂ ਨੇ, ਆਨੰਦਪੁਰ ਸਾਹਿਬ ਦਾ ਮਤਾ ਨਹੀਂ ਮੰਨਿਆਗਾ, ਬਲੂ ਸਟਾਰ ਹੋ ਗਿਆ ਉਹਦੇ ਪਿੱਛੇ। ਤਾਂ ਅੱਜ ਅਸੀਂ ਗੱਲ ਕਰਦੇ ਹਾਂ ਤਾਂ ਅੱਜ ਇਹ ਹੱਕ ਕਿਵੇਂ ਲਏ ਜਾਣਗੇ ਜੇ 13 MPਆਂ ਦੀ ਉਹਨਾਂ ਦੇ ਮੂਹਰੇ ਕੋਈ ਵੁਕਤ ਹੀ ਹੈ ਨਹੀਂ? ਇਹ ਬਹੁਤ ਵੱਡਾ ਸਵਾਲ ਆ। ਦੇਖੋ, ਜੇ ਤੁਸੀਂ ਕਹੋ ਵੀ ਇਹਨਾਂ ਨੇ ਮੈਜੋਰਿਟੀ ਆ ਨਾ ਜਿਹੜੀ ਉਹ ਕ੍ਰੀਏਟ ਕੀਤੀ ਹੋਈ ਆ, ਇੱਕੋ ਦਿਨ 'ਚ ਨਹੀਂ ਮੈਜੋਰਿਟੀ ਬਣੀ, ਹਨਾ, ਉਹ ਮੈਜੋਰਿਟੀ ਕ੍ਰੀਏਟ ਕੀਤੀ ਹੋਈ ਆ। ਜਦੋਂ ਡਾਕਟਰ BR ਅੰਬੇਦਕਰ ਸੀ ਉਦੋਂ ਉਹਨਾਂ ਨੂੰ ਗਾਲਾਂ ਕੱਢਦੇ ਹੁੰਦੇ ਸੀ, ਜਦੋਂ ਉਹ ਨਹੀਂ ਰਹੇ ਉਹਨਾਂ ਦੀਆਂ ਜਯੰਤੀਆਂ ਮਨਾਉਂਦੇ ਆ ਹੁਣ, ਕਿਉਂ? ਉਸ ਵਰਗ ਨੂੰ, ਦਲਿਤ ਵਰਗ ਨੂੰ, ਉਹਨਾਂ ਭਰਾਵਾਂ ਨੂੰ ਨਾਲ ਜੋੜਨ ਵਾਸਤੇ। ਇਹ ਮੈਜੋਰਿਟੀ ਹੈ ਨਹੀਂ, ਇਹ ਕ੍ਰੀਏਟ ਕੀਤੀ ਹੋਈ ਆ। ਨਹੀਂ, ਮੈਂ ਠੀਕ ਹਾਂ ਜੀ। ਸੋ ਹੁਣ ਸਾਡੇ ਲਈ ਇਹ ਚੈਲੰਜ ਆ, ਅਸੀਂ ਵੀ ਉਹ ਮੈਜੋਰਿਟੀ ਜਿਹੜਾ ਉਹਨੂੰ ਤੋੜਨਾ। ਦੇਖੋ, ਲੜਾਈ ਸੌਖੀ ਨਹੀਂ ਆ, ਉਸ ਮੈਜੋਰਿਟੀ ਨੂੰ ਤੋੜਨਾ। ਉਹਨਾਂ ਦਾ ਜਿਹੜਾ ਇੱਕ ਬੰਨ ਲਾਇਆ ਹੋਇਆ ਉਹਦੇ 'ਚ, ਜਿਵੇਂ ਕਹਿੰਦੇ ਆ ਵੀ ਉਹ ਬੰਨ ਨੂੰ ਤੋੜਨਾ ਸੀ, ਹੈ ਨਾ, ਉਹਦੇ 'ਚ ਸਾਨ ਲਾਉਣੀ ਆ। ਸੋ ਇਸ ਕਰਕੇ ਜਿਹੜਾ ਪਹਿਲਾਂ ਤਾਂ ਸੂਬਾ ਵੱਧ ਅਧਿਕਾਰਾਂ ਦੀ ਗੱਲ ਕਰਦਾ, ਉਹਨਾਂ ਦੇ ਨਾਲ ਅਸੀਂ ਆਪਦਾ ਰਾਬਤਾ ਬਣਾਈਏ। ਸਾਊਥ ਵਾਲੇ 7 ਸੂਬੇ ਗੱਲ ਕਰਦੇ ਆ, ਬਾਕੀ ਜਿਹੜੇ ਨਾਰਥ ਈਸਟ ਵਾਲੇ ਆ, ਜਾਂ ਮੰਨ ਲਓ ਹੋਰ ਜਿਹੜੇ ਸੂਬੇ ਆ, ਬੰਗਾਲ ਆ, ਉਹ ਵੀ ਗੱਲ ਕਰਦਾ, ਮਹਾਰਾਸ਼ਟਰ ਵੀ ਗੱਲ ਕਰਦਾ। ਇਹਨਾਂ ਨਾਲ ਰਾਬਤਾ ਬਣਾਈਏ, ਕਿਉਂਕਿ ਇਹਨਾਂ ਦੇ ਨਾਲ ਇੱਕ ਪੋਲੀਟੀਕਲ ਏਜੰਡਾ ਆਪਦਾ ਕਲੀਅਰ ਕਰੀਏ। ਜੇ ਇਸ ਗੱਲ ਤੇ ਆਉਂਦੇ ਆ ਤਾਂ ਸਾਨੂੰ ਉਹ ਮੈਜੋਰਿਟੀ ਜਿਹੜੀ ਕ੍ਰੀਏਟਡ ਮੈਜੋਰਿਟੀ ਆ, ਉਹ ਮੈਜੋਰਿਟੀ ਹੈ ਨਹੀਂ, ਉਹਨਾਂ 'ਚ ਆਪਸ 'ਚ ਬੜੇ ਵੱਖਰੇਵੇਂ ਆ, ਉਹ ਕ੍ਰੀਏਟਡ ਮੈਜੋਰਿਟੀ ਨੂੰ ਟਾਰਗੇਟ ਕਰਨਾ ਪਊਗਾ। ਸੋ ਜਿਵੇਂ ਮੈਂ ਕਿਹਾ, ਇਹ ਇੰਨੀ ਸੌਖੀ ਗੱਲ ਹੈ ਨਹੀਂ। ਬਾਕੀ ਇੱਕ ਕਈ ਵਾਰੀ ਨਾ ਵਰਲਡ ਪੋਲੀਟਿਕਸ 'ਚ ਬੜੀ ਵੱਡੀ ਚੇਂਜ ਆਉਂਦੀ ਹੁੰਦੀ ਆ, ਉਹ ਵੀ ਬਹੁਤ ਹੈਲਪ ਕਰਦੀ ਹੈ। ਸੋ ਇੱਕ ਫੈਕਟਰ ਨਹੀਂ ਆ, ਬੜੇ ਫੈਕਟਰਸ ਆ ਜਿਹੜੇ ਇਹਦੇ 'ਚ ਹੈਲਪ ਕਰਨਗੇ। ਪਰ ਜਦੋਂ ਤੱਕ ਤੁਸੀਂ ਇਹ 'ਤੇ ਪਹਿਰਾ ਨਾ ਦਿਓਗੇ, ਉਦੋਂ ਤੱਕ ਆਹ ਸੰਘਰਸ਼ ਜਾਂ ਸਾਨੂੰ ਵਾਰ-ਵਾਰ ਦਬਾਉਂਦੇ ਰਹਿਣਗੇ, ਤੇ ਆਹ ਸੰਘਰਸ਼ ਪੈਦਾ ਹੁੰਦੇ ਰਹਿਣਗੇ, ਕੌਨਫਲਿਕਟ ਪੈਦਾ ਹੁੰਦੇ ਰਹਿਣਗੇ। ਜਾਂ ਤਾਂ ਇਹ ਆਪ ਸਮਝ ਜਾਣ, ਜਾਂ ਅਸੀਂ ਉਹਦੀ ਉਸ ਲੜਾਈ ਸਾਨੂੰ ਲੜਨੀ ਪੈਣੀ ਆ। ਬਹੁਤ ਬਹੁਤ ਧੰਨਵਾਦ ਬਾਈ, ਤੁਸੀਂ ਸਾਡੇ ਨਾਲ ਜੁੜੇ। ਧੰਨਵਾਦ ਬਾਈ।